आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का सफर ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਨ ਸੁਤੰਤਰਤਾ ਸੈਨਾਨੀ ਅਤੇ ਸਮਾਜਿਕ ਕਾਰਜਕਰਤਾ ਕਮਲਾ ਦੇਵੀ ਚਟੋਪਾਧਿਆਏ ਬਾਰੇ ਦੱਸਾਂਗੇ। ਪੇਸ਼ ਇੱਕ ਰਿਪੋर्ट। ਅੱਜ ਯਾਨੀ 29 ਅਕਤੂਬਰ ਮਹਾਨ ਸੁਤੰਤਰਤਾ ਸੈਨਾਨੀ ਅਤੇ ਸਮਾਜਿਕ ਕਾਰਜਕਰਤਾ ਕਮਲਾ ਦੇਵੀ ਚਟੋਪਾਧਿਆਏ ਦੀ ਬਰਸੀ ਹੈ। 85 ਸਾਲ ਦੀ ਉਮਰ ਵਿੱਚ 29 ਅਕਤੂਬਰ 1988 ਨੂੰ ਮੁੰਬਈ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਲੰਡਨ ਯੂਨੀਵਰਸਿਟੀ ਤੋਂ ਸਮਾਜ ਵਿਗਿਆਨ 'ਚ ਡਿਪਲੋਮਾ ਕਰਨ ਮਗਰੋਂ ਉਹ ਭਾਰਤ ਆ ਗਈ। ਗਾਂਧੀਵਾਦੀ ਆਦਰਸ਼ਾਂ ਤੇ ਹਿੰਸਾ ਤੋਂ ਬੇਹੱਦ ਪ੍ਰੇਰਿਤ ਕਮਲਾ ਦੇਵੀ ਗਾਂਧੀਵਾਦੀ ਸੰਗਠਨ ਸੇਵਾ ਦਲ ਵਿੱਚ ਸ਼ਾਮਿਲ ਹੋ ਗਈ। ਉਹਨਾਂ ਨੇ ਕਾਂਗਰਸ ਦੇ ਮੈਂਬਰ ਦੇ ਤੌਰ ਤੇ ਰਾਸ਼ਟਰਵਾਦੀ ਸੰਘਰਸ਼ ਵਿੱਚ ਨਾਂ ਲਿਖਵਾਇਆ। ਕਮਲਾ ਦੇਵੀ ਉੱਪਰ ਨਮਕ ਕਾਨੂੰਨ ਦੇ ਉਲੰਘਣ ਦੇ ਇਲਜ਼ਾਮ ਲਗਾਏ ਗਏ ਤੇ ਜੇਲ੍ਹ ਭੇਜ ਦਿੱਤਾ ਗਿਆ। ਕਮਲਾ ਦੇਵੀ ਨੇ ਉਸ ਵੇਲੇ ਰਾਸ਼ਟਰ ਦਾ ਧਿਆਨ ਆਕਰਸ਼ਿਤ ਕੀਤਾ ਜਦ ਕਾਂਗਰਸ ਦੇ ਝੰਡੇ ਉੱਪਰ ਹੱਥੋਂ-ਪਾਈ ਦੌਰਾਨ ਉਹਨਾਂ ਨੇ ਝੰਡੇ ਨੂੰ ਕੱਸ ਕੇ ਫੜੀ ਰੱਖਿਆ। ਇਸ ਦੇ ਨਾਲ ਹੀ ਉਹ ਭਾਰਤ ਤੋਂ ਬਾਹਰ ਵੀ ਸਿਆਸੀ ਸੰਪਰਕ ਬਣਾ ਰਹੀ ਸੀ। ਕਮਲਾ ਦੇਵੀ 1936 ਵਿੱਚ ਆਲ ਇੰਡੀਆ ਵੂਮੈਨਸ ਕਾਨਫਰੰਸ ਦੀ ਪ੍ਰਧਾਨ ਬਣੀ। ਉਹ ਮਹਾਨ ਲੇਖਕ ਵੀ ਸੀ ਜਿਸ ਦੀ ਸ਼ੁਰੂਆਤ 1929 ਵਿੱਚ ਭਾਰਤ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਉੱਪਰ ਲੇਖਾਂ ਦੇ ਮਾਧਿਅਮ ਰਾਹੀਂ ਹੋਈ। ਉਹਨਾਂ ਦੀ ਆਖਰੀ ਕਿਤਾਬ ਆਜ਼ਾਦੀ ਲਈ ਭਾਰਤੀ ਮਹਿਲਾਵਾਂ ਦੀ ਜੰਗ 1982 ਵਿੱਚ ਪ੍ਰਕਾਸ਼ਿਤ ਹੋਈ ਸੀ। ਕਮਲਾ ਦੇਵੀ ਨੂੰ ਭਾਰਤੀ ਦਸਤਕਾਰੀ ਅਤੇ ਹੈਂਡਲੂਮ ਨੂੰ ਮੁੜ ਸੁਰਜੀਤ ਕਰਨ ਦਾ ਮਾਣ ਵੀ ਹਾਸਲ ਹੈ। ਉਹਨਾਂ ਨੇ ਦਸਤਕਾਰੀ ਅਤੇ ਸਹਿਕਾਰੀ ਅੰਦੋਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਿਸ ਰਾਹੀਂ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਕੀਤੀ। ਕਮਲਾ ਦੇਵੀ ਨੂੰ ਹੈਂਡਲੂਮ ਖੇਤਰ ਵਿੱਚ ਕੰਮ ਕਰਨ ਲਈ ਹੱਥਕਰਘਾ ਮਾਂ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਉਹਨਾਂ ਨੇ ਨਾਟਕ, ਕਲਾ, ਥੀਏਟਰ, ਸੰਗੀਤ ਅਤੇ ਕਠਪੁਤਲੀ ਨੂੰ ਪ੍ਰੋਤਸਾਹਨ ਦੇਣ ਵਾਸਤੇ ਕਈ ਰਾਸ਼ਟਰੀ ਸੰਸਥਾਵਾਂ ਨੂੰ ਹੱਲਾਸ਼ੇਰੀ ਦਿੱਤੀ। ਕਮਲਾ ਦੇਵੀ ਨੇ 1944 ਵਿੱਚ ਇੰਡੀਅਨ ਨੈਸ਼ਨਲ ਥੀਏਟਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ ਰਾਸ਼ਟਰੀ ਨਾਟ ਵਿਦਿਆਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1974 ਵਿੱਚ ਕਮਲਾ ਦੇਵੀ ਨੂੰ ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਜੋ ਸੰਗੀਤ ਨਾਟਕ ਅਕਾਦਮੀ ਵੱਲੋਂ ਦਿੱਤਾ ਜਾਂਦਾ ਸਭ ਤੋਂ ਵੱਡਾ ਸਨਮਾਨ ਹੈ। ਉਹਨਾਂ ਨੂੰ 1955 ਵਿੱਚ ਪਦਮ ਭੂਸ਼ਣ ਅਤੇ 1987 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। 29 ਅਕਤੂਬਰ 1920 ਨੂੰ ਦੇਸ਼ ਦੇ ਪ੍ਰਮੁੱਖ ਸੰਸਥਾਨ ਜਾਮੀਆ ਮਿਲੀਆ ਇਸਲਾਮੀਆ ਦੀ ਸਥਾਪਨਾ ਹੋਈ ਸੀ। ਬਸਤੀਵਾਦੀ ਸ਼ਾਸਨ ਵੱਲੋਂ ਜਾਂ ਉਸ ਦੇ ਸਮਰਥਨ ਨਾਲ ਚੱਲ ਰਹੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਦੇ ਬਾਈਕਾਟ ਤੇ ਗਾਂਧੀ ਜੀ ਦੇ ਸੱਦੇ ਉੱਪਰ ਬਰਤਾਨਵੀ ਸਮਰਥਕ ਸੋਚ ਦਾ ਵਿਰੋਧ ਕਰਦੇ ਹੋਏ ਰਾਸ਼ਟਰਵਾਦੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਮੂਹ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਛੱਡ ਦਿੱਤੀ ਤੇ ਜਾਮੀਆ ਇੰਸਟੀਚਿਊਟ ਦੀ ਬੁਨਿਆਦ ਰੱਖੀ। ਪ੍ਰਸਿੱਧ ਆਜ਼ਾਦੀ ਘੁਲਾਟੀਏ ਤੇ ਮੁਸਲਿਮ ਧਰਮ ਵਿਗਿਆਨੀ ਮੌਲਾਨਾ ਮਹਿਮੂਦ ਹਸਨ ਨੇ 29 ਅਕਤੂਬਰ 1920 ਨੂੰ ਸ਼ੁੱਕਰਵਾਰ ਵਾਲੇ ਦਿਨ ਅਲੀਗੜ੍ਹ 'ਚ ਜਾਮੀਆ ਮਿਲੀਆ ਇਸਲਾਮੀਆ ਦੀ ਬੁਨਿਆਦ ਰੱਖੀ। ਉਸੇ ਦਿਨ ਸੰਸਥਾਪਕ ਸਮਿਤੀ ਨੇ ਦਿੱਲੀ ਦੇ ਡਾਕਟਰ ਅੰਸਾਰੀ, ਬੰਗਾਲ ਅਤੇ ਬਿਹਾਰ ਦੀ ਅਗਵਾਈ ਕਰ ਰਹੇ ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਹੋਰ ਪ੍ਰਮੁੱਖ ਮੈਂਬਰਾਂ ਨਾਲ ਬੈਠਕ ਕੀਤੀ। 22 ਨਵੰਬਰ 1920 ਨੂੰ ਹਕੀਮ ਅਜਮਲ ਖਾਨ ਨੂੰ ਜਾਮੀਆ ਦਾ ਪਹਿਲਾ ਚਾਂਸਲਰ ਚੁਣਿਆ ਗਿਆ। ਮੁਹੰਮਦ ਅਲੀ ਜ਼ੋਹਰ ਇਸ ਦੇ ਪਹਿਲੇ ਵਾਈਸ ਚਾਂਸਲਰ ਬਣੇ। ਜਾਮੀਆ ਨੇ ਬਾਰਡੋਲੀ ਮਤੇ ਵਿੱਚ ਹਿੱਸੇਦਾਰੀ ਕੀਤੀ ਤੇ ਸਵੈ ਸੇਵਕਾਂ ਨੂੰ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਦੇਸ਼ ਭਰ ਵਿੱਚ ਭੇਜਿਆ। ਬਸਤੀਵਾਦੀ ਬ੍ਰਿਟਿਸ਼ ਸਰਕਾਰ ਨੇ ਜਲਦੀ ਹੀ ਸੰਸਥਾਨ ਦੇ ਅਨੇਕ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜੇਲ੍ਹ ਭੇਜ ਦਿੱਤਾ। 1924 ਚ ਮੁਸਤਫਾ ਕਮਾਲ ਅਤਾਤੁਰਕ ਨੇ ਖਿਲਾਫਤ ਦੇ ਖਤਮ ਹੋਣ ਦਾ ਐਲਾਨ ਕੀਤਾ। ਇਸ ਨਾਲ ਜਾਮੀਆ 'ਚ ਇੱਕ ਵੱਡਾ ਸੰਕਟ ਆ ਗਿਆ। ਖਿਲਾਫਤ ਤੋਂ ਮਿਲ ਰਹੀ ਮਾਮੂਲੀ ਮਾਲੀ ਮਦਦ ਵੀ ਬੰਦ ਹੋ ਗਈ ਤੇ ਪ੍ਰਮੁੱਖ ਲੋਕ ਵੀ ਸੰਸਥਾਨ ਛੱਡ ਕੇ ਜਾਣ ਲੱਗੇ। ਇਸ ਸਮੇਂ ਹਕੀਮ ਅਜਮਲ ਖਾਨ, ਡਾਕਟਰ ਮੁਖਤਾਰ ਅਹਿਮਦ ਅੰਸਾਰੀ ਅਤੇ ਬਟਦੁਲ ਮਜੀਦ ਖਵਾਜਾ ਨੇ 1925 ਚ ਜਾਮੀਆ ਨੂੰ ਅਲੀਗੜ੍ਹ ਤੋਂ ਨਵੀਂ ਦਿੱਲੀ ਦੇ ਕਰੋਲ ਬਾਗ ਲਿਆਉਣ ਲਈ ਗਾਂਧੀ ਜੀ ਦੇ ਸੁਝਾਅ ਦਾ ਸਮਰਥਨ ਕੀਤਾ। ਗਾਂਧੀ ਜੀ ਨੇ ਇਹ ਕਹਿੰਦੇ ਹੋਏ ਜਾਮੀਆ ਦਾ ਇਖਲਾਕੀ ਸਾਹਸ ਵਧਾਇਆ ਸੀ ਕਿ ਜਾਮੀਆ ਨੂੰ ਚੱਲਦੇ ਰਹਿਣਾ ਹੋਵੇਗਾ। ਗਾਂਧੀ ਜੀ ਨੇ ਇੱਥੋਂ ਤੱਕ ਕਿਹਾ ਕਿ ਜੇ ਜਾਮੀਆ ਨੂੰ ਆਰਥਿਕ ਦਿੱਕਤ ਹੈ ਤਾਂ ਉਹ ਖੁਦ ਕਟੋਰਾ ਲੈ ਕੇ ਭੀਖ ਮੰਗਣ ਨੂੰ ਤਿਆਰ ਨੇ। ਜਾਮੀਆ ਨੇ ਗਾਂਧੀ ਜੀ ਦੇ ਰਚਨਾਤਮਕ ਪ੍ਰੋਗਰਾਮਾਂ ਨੂੰ ਸਵੀਕਾਰ ਕਰਦੇ ਹੋਏ ਆਤਮ ਨਿਰਭਰਤਾ ਲਈ ਚਰਖਾ ਤੇ ਤਕਲੀ ਨੂੰ ਅਪਣਾਇਆ। 1 ਮਾਰਚ 1935 ਨੂੰ ਦੱਖਣੀ ਦਿੱਲੀ ਦੇ ਬਾਹਰੀ ਇਲਾਕੇ ਦੇ ਪਿੰਡ ਓਖਲਾ 'ਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ। 1936 ਵਿੱਚ ਜਾਮੀਆ ਦੇ ਸਾਰੇ ਸੰਸਥਾਨ ਨਵੇਂ ਭਵਨ 'ਚ ਟ੍ਰਾਂਸਫਰ ਕਰ ਦਿੱਤੇ ਗਏ। 1988 ਵਿੱਚ ਸੰਸਦ ਵਿੱਚ ਬਣਾਏ ਗਏ ਵਿਸ਼ੇਸ਼ ਕਾਨੂੰਨ ਰਾਹੀਂ ਜਾਮੀਆ ਮਿਲੀਆ ਇਸਲਾਮੀਆ ਨੂੰ ਕੇਂਦਰੀ ਯੂਨੀਵਰਸਿਟੀ ਬਣਾ ਦਿੱਤਾ ਗਿਆ।